देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। अंडर 18 लड़कियां जिहड़ियां ने उन्हां दी कस्टडी सानू बाय द ऑनरेबल कोर्ट्स प्रोवाइड की जाती है। सो वी आर दी स्टेट जिहड़े उन्हां नू गार्डियन ने बेसिकली अपने पेरेंट्स कोल। सो पेरेंट्स कोल वो जाना नहीं चाहते, तो जे पेरेंट्स कोल नहीं जाना तो फिर उन्होंने साडे कोल रहना पैना। बार बार हंगामा क्यों? अंदर कोई गैंग वगैरह भी बनया हुआ? कुछ 10 लड़कियां ने जिन्होंने 10 या 11 लड़कियां ने जिहड़ियां ने बेसिकली कल बाकी लड़कियां नू भी मारिया कुछ नाल जिहड़ी सहवासना ने। ये आरोप लगाया गया सी जो सानू खान पीन दिता जांदा वो बिल्कुल अच्छा नहीं है। ਜਲੰਧਰ ਦਾ ਗਾਂਧੀ ਵਨੀਤਾ ਆਸ਼ਰਮ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ ਕਿਉਂਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ ਹੀ ਦੂਜੀ ਵਾਰ ਇੱਥੋਂ ਕੁੜੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਬਾਰ-ਬਾਰ ਇੱਥੇ ਹੰਗਾਮਾ ਕਿਉਂ ਹੋ ਰਿਹਾ ਹੈ? ਜੋ ਕੁੜੀਆਂ ਆਰੋਪ ਲਗਾ ਰਹੀਆਂ ਨੇ ਉਸ ਦੀ ਸੱਚਾਈ ਕੀ ਹੈ? ਇਹ ਸਭ ਕੁਝ ਜਾਣਨ ਦੇ ਵਾਸਤੇ ਦੈਨਿਕ ਸਵੇਰਾ ਪਹੁੰਚਿਆ ਗਾਂਧੀ ਵਨੀਤਾ ਆਸ਼ਰਮ, ਜਿੱਥੋਂ ਦੇ ਪ੍ਰਬੰਧਕਾਂ ਨੂੰ ਕੁੜੀਆਂ ਦੇ ਇਲਜ਼ਾਮਾਂ ਦਾ ਹਰ ਸਵਾਲ ਕੀਤਾ ਗਿਆ, ਜਿਸ ਤੇ ਅਧਿਕਾਰੀਆਂ ਦਾ ਕੀ ਕਹਿਣਾ ਹੈ ਤੇ ਕਿਉਂ ਬਾਰ-ਬਾਰ ਆਸ਼ਰਮ ਦੇ ਵਿੱਚ ਹੰਗਾਮਾ ਹੋ ਰਿਹਾ ਹੈ, ਕਿਹੜੀਆਂ ਕੁੜੀਆਂ ਨੂੰ ਇੱਥੇ ਰੱਖਿਆ ਜਾਂਦਾ ਹੈ ਤੇ ਉਹਨਾਂ ਦੀ ਕੀ ਮੰਗ ਹੈ, ਜਿਸ ਦੇ ਉੱਪਰ ਪ੍ਰਬੰਧਕਾਂ ਦੀਆਂ ਕੀ ਕਾਨੂੰਨੀ ਮਜਬੂਰੀਆਂ ਨੇ। ਇਹ ਸਭ ਕੁਝ ਜਾਣਨ ਲਈ ਆਸ਼ਰਮ ਪ੍ਰਬੰਧਨ ਦੇ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਕੀਤੀ ਸਾਡੇ ਪੱਤਰਕਾਰ ਵਿਨੇ ਸ਼ਰਮਾ ਨੇ। ਗਾਂਧੀ ਵਨੀਤਾ ਆਸ਼ਰਮ ਤੋਂ ਲਗਾਤਾਰ ਕੁੜੀਆਂ ਭੱਜਣ ਦਾ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ। ਕੱਲ ਵੀ ਕੁਝ ਲੜਕੀਆਂ ਨੇ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਮਗਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਪਹਿਲਾਂ ਹੀ ਉੱਥੇ ਹੀ ਰੋਕ ਲਿੱਤਾ ਗਿਆ। ਇਸੇ ਉੱਤੇ ਗੱਲਬਾਤ ਕਰਨੀ ਸਾਡੇ ਨਾਲ ਮੌਜੂਦ ਹੈ ਗੁਰਵਿੰਦਰ ਸਿੰਘ ਰੰਧਾਵਾ, ਉਹਨਾਂ ਨਾਲ ਗੱਲਬਾਤ ਕਰਨੀ। ਸਰ, ਪਹਿਲਾਂ ਮੇਰਾ ਕੁਐਸਚਨ ਹੈ, ਗਾਂਧੀ ਵਨੀਤਾ ਆਸ਼ਰਮ ਹੈ ਕੀ? गांधी वनीता आश्रम बेसिकली एक कॉम्पलैक्स है जिथे साडे कोल इत्थे जिहड़ियां अंडर 18 लड़कियां ने उन्हां नूं जिहड़ियां भज के शादी करवा लैंदियां ने या हुण वो शादी तां इलीगल है, इट कांट बी रजिस्टर्ड। सो अंडर 18 लड़कियां जिहड़ियां ने उन्हां दी कस्टडी सानू बाय द ऑनरेबल कोर्ट्स प्रोवाइड की जाती है। सो वी आर दी स्टेट जिहड़े उन्हां नूं गार्डियन ने बेसिकली। हाँ सर, लड़कियां वालों बार बार हंगामा क्यों किया जा रहा? बार बार लड़कियां भजन की कोशिश क्यों कर रही हैं? भजन की कोशिश नहीं है उन्हों की। बेसिकली वॉट दे वांट इज़ कि दे हैव बीन बेसिकली उन्होंने किसी ने ये चीज़ शायद कह लो इल इनफॉर्म ने, उन्होंने राइट्स बारे नहीं इन्ना संजीदगी हैगी। उन्होंने एक मांग है कि असी जे मान लो 17 साल दियाँ हो जांदियां ने, मान लो कोई लड़की साडे कोले 2 साल दी आई है, इफ़ शी हैज़ गॉटन मैरिड एट द एज ऑफ 15 ਤਾਂ ਉਹਨੂੰ ਹੁੰਦਾ ਕਿ ਹੁਣ ਮੰਨ ਲਓ ਮੈਨੂੰ 2 ਸਾਲ ਹੋ ਗਏ ਹੈ, ਹੁਣ ਮੈਨੂੰ ਇੱਥੇ ਬੰਦੀ ਬਣਾ ਕੇ ਰੱਖਿਆ ਗਿਆ ਹੈ, ਕਿਉਂਕਿ ਬਾਏ ਲਾਅ ਅਸੀਂ ਉਸ ਨੂੰ 18 ਤੋਂ ਪਹਿਲਾਂ ਛੱਡ ਨਹੀਂ ਸਕਦੇ, ਔਰ 18 ਤੋਂ ਪਹਿਲਾਂ ਜੇ ਉਹਨੇ ਜਾਣਾ ਹੈ ਤਾਂ ਬੇਸਿਕਲੀ ਉਹ ਜਾਣਗੇ ਆਪਣੇ ਪੇਰੈਂਟਸ ਕੋਲ। ਸੋ ਪੇਰੈਂਟਸ ਕੋਲ ਉਹ ਜਾਣਾ ਨਹੀਂ ਚਾਹੁੰਦੇ, ਅਤੇ ਜੇ ਪੇਰੈਂਟਸ ਕੋਲ ਨਹੀਂ ਜਾਣਾ ਤਾਂ ਫਿਰ ਉਹਨੂੰ ਸਾਡੇ ਕੋਲ ਰਹਿਣਾ ਪੈਣਾ। ਅਤੇ ਉਸ ਤੋਂ ਪਹਿਲਾਂ ਜੇ ਉਹਦੀ ਚੋਇਸ ਮੰਨੀ ਜਾਵੇ ਤਾਂ ਸ਼ੀ ਵਾਂਟਸ ਕਿ ਮੈਂ ਆਪਣੇ ਸਹੁਰੇ ਪਰਿਵਾਰ ਵੱਲ ਜਿਨ੍ਹਾਂ ਵੱਲ ਮਤਲਬ ਉਹਦੀ ਮੈਰਿਜ ਹੋਈ ਹੈ, ਦੋ ਇਟ ਇਜ਼ ਇਲੀਗਲ ਮੈਰਿਜ, ਉਹ ਉਹਨਾਂ ਨੂੰ ਆਪਣਾ ਸਹੁਰਾ ਪਰਿਵਾਰ ਹੀ ਕੰਸੀਡਰ ਕਰਦੀਆਂ। ਉਹਨਾਂ ਨੂੰ ਹੁੰਦਾ ਕਿ ਅਸੀਂ 18 ਤੋਂ ਪਹਿਲਾਂ ਸਾਨੂੰ ਉਹਨਾਂ ਕੋਲ ਭੇਜਿਆ ਜਾਵੇ। ਇਹੀ ਉਹ ਕੰਟੀਨਿਊਸਲੀ ਮੰਗ ਰੱਖ ਰਹੇ ਆ। ਸਰ, ਇੱਥੇ ਜਿਹੜੀਆਂ ਕੁੜੀਆਂ ਰੱਖੀਆਂ ਜਾਂਦੀਆਂ ਸਿਰਫ ਉਹ ਮੈਰਿਜ ਵਾਲੇ ਕੇਸ ਦੀਆਂ ਰੱਖੀਆਂ ਜਾਂਦੀਆਂ, ਹੋਰ ਕੇਸ ਦੀ ਵੀ ਕੁੜੀਆਂ ਰੱਖੀਆਂ ਜਾਂਦੀਆਂ? ਨਹੀਂ, ਇੱਥੇ ਚਿਲਡਰਨ ਹੋਮ ਦੇ ਵਿੱਚ ਸਿਰਫ ਮੈਰਿਜ ਕੇਸਿਸ ਵਾਲੀਆਂ ਹੀ ਕੁੜੀਆਂ ਨੇ ਜਿਹੜੀਆਂ ਨੇ 18 ਤੋਂ ਪਹਿਲਾਂ ਭੱਜ ਕੇ ਸ਼ਾਦੀ ਕਰਵਾ ਲੈਂਦੇ ਆ। ਉਹ ਜੇ ਮੁੰਡਾ ਅਬਵ 18 ਹੁੰਦਾ ਉਹਦੇ ਉੱਤੇ ਜਿਹੜੇ ਸੈਕਸ਼ਨ 363 ਐਂਡ 366 IPC ਦੇ ਤਹਿਤ ਉਹਦੇ 'ਤੇ ਪਰਚਾ ਹੋਇਆ ਹੁੰਦਾ। ਸੋ ਜਿਹੜੀ ਲੜਕੀ ਹੈ ਉਹ ਜੁਵੇਨਾਈਲ ਹੁੰਦੀ ਹੈ ਤਾਂ ਉਹਦੀ ਜਿਹੜੀ ਕਸਟਡੀ ਹੈ ਉਹ ਸਟੇਟ ਨੂੰ ਪ੍ਰੋਵਾਈਡ ਕਰ ਦਿੱਤੀ ਜਾਂਦੀ ਹੈ, ਬਿਕੋਜ਼ ਉਹਨੇ ਆਪਣੇ ਘਰ ਜਾਣ ਤੋਂ ਮਨਾਹੀ ਹੁੰਦੀ ਹੈ, ਜਾਂ ਮਤਲਬ ਉਹਨੇ ਬਿਆਨ ਦਿੱਤੇ ਹੁੰਦੇ ਆ ਕਿ ਮੈਂ ਘਰ ਨਹੀਂ ਜਾਣਾ ਚਾਹੁੰਦੀ। ਗੱਲ ਕਰੀਏ ਗਾਂਧੀ ਵਨੀਤਾ ਆਸ਼ਰਮ 'ਚ ਕਿੰਨੀਆਂ ਲੜਕੀਆਂ? ਗਾਂਧੀ ਵਨੀਤਾ ਆਸ਼ਰਮ ਦੇ ਵਿੱਚ ਬੇਸਿਕਲੀ ਜਿਹੜਾ ਚਿਲਡਰਨ ਹੋਮ ਦਾ ਕੰਪਲੈਕਸ ਹੈ ਇਹਦੇ 'ਚ ਸਾਡੇ ਕੋਲ ਅਰਾਊਂਡ 83 ਲੜਕੀਆਂ ਨੇ। ਬਾਰ ਬਾਰ ਹੰਗਾਮਾ ਕਿਉਂ? ਅੰਦਰ ਕੋਈ ਗੈਂਗ ਵਗੈਰਾ ਵੀ ਬਣਿਆ ਹੋਇਆ? ਨਹੀਂ, ਦੇਖੋ ਗੈਂਗ ਨਹੀਂ ਬਣਿਆ ਹੋਇਆ। ਵਾਟ ਇਜ਼ ਜੋ ਸਾਡੇ ਮਤਲਬ ਤੱਥ ਸਾਹਮਣੇ ਆਏ ਨੇ, ਕੁਝ 10 ਲੜਕੀਆਂ ਨੇ ਜਿਨ੍ਹਾਂ ਨੇ 10 ਜਾਂ 11 ਲੜਕੀਆਂ ਨੇ ਜਿਹੜੀਆਂ ਨੇ ਬੇਸਿਕਲੀ ਕੱਲ ਬਾਕੀ ਲੜਕੀਆਂ ਨੂੰ ਵੀ ਮਾਰਿਆ ਕੁਝ ਨਾਲ ਜਿਹੜੀ ਸਹਿਵਾਸਨਾ ਨੇ। ਸੋ ਅਸੀਂ ਇਨਕੁਆਇਰੀ ਕਰਵਾ ਰਹੇ ਹਾਂ ਉਸ ਚੀਜ਼ ਦੀ।
ਸੋ ਬੇਸਿਕਲੀ ਉਹਨਾਂ ਦੀ ਜਿਹੜੀ ਇਹ ਮੰਗ ਹੈ ਦੈਟ ਇਜ਼ ਟੋਟਲੀ ਨਾਜਾਇਜ਼ ਐਂਡ ਅਨਜਸਟੀਫਾਈਡ ਹੈ। ਸੋ ਅਸੀਂ ਨਹੀਂ ਚਾਹੁੰਦੇ ਸੀਗੇ ਕਿ ਬੇਸਿਕਲੀ ਕੋਈ ਜਿਹੜਾ ਬੈਡ ਬਿਹੇਵੀਅਰ ਹੈ ਉਹਨੂੰ ਰਿਵਾਰਡ ਕੀਤਾ ਜਾਵੇ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੀ ਲੀਗਲ ਕਾਉਂਸਲਿੰਗ ਕਰਵਾਈ ਜਾਵੇ। ਨਾਓ ਵੀ ਹੈਵ ਕੰਟੈਕਟਡ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਆਲਸੋ। ਵੀ ਆਰ ਪਲੈਨਿੰਗ ਸ਼ਾਇਦ ਅੱਜ ਉਹਨਾਂ ਦੀ ਕਾਉਂਸਲਿੰਗ ਹੋਏਗੀ ਜਿਹਦੇ ਬਾਰੇ ਉਹਨਾਂ ਦੇ ਜਿਹੜੇ ਕਾਨੂੰਨੀ ਹੱਕ ਹੈ, ਲੀਗਲ ਹੱਕ ਹੈ, ਉਹਦੇ ਬਾਰੇ ਜਾਣੂ ਕਰਵਾਇਆ ਜਾਏਗਾ ਕਿ ਮੰਨ ਲਓ ਤੁਸੀਂ 18 ਸਾਲ ਤੋਂ ਅਬਵ ਹੈ, ਮੇਬੀ ਉਹਨਾਂ ਨੂੰ ਸ਼ਾਇਦ ਵੈਨ ਇਟ ਇਜ਼ ਕੰਟੈਕਟਡ ਥਰੂ DLSA ਤਾਂ ਉਹਨਾਂ ਨੂੰ ਸ਼ਾਇਦ ਇਸ ਚੀਜ਼ ਦੀ ਜ਼ਿਆਦਾ ਸਮਝ ਲੱਗ ਸਕਦੀ ਹੈ। ਬਿਕੋਜ਼ ਕਈ ਵਾਰੀ ਕੀ ਹੁੰਦਾ ਕਿ ਕੁਛ ਮਿਸਕਮਿਊਨੀਕੇਸ਼ਨ ਹੋ ਜਾਂਦਾ ਹੈ। ਮੰਨ ਲਓ ਜਿਹੜਾ ਸਾਡਾ ਹੋਮ ਦਾ ਸਟਾਫ ਹੈ ਉਹ ਉਹਨਾਂ ਨੂੰ ਉਨੀ ਅੱਛੇ ਤਰੀਕੇ ਨਾਲ ਰਾਈਟਸ ਜਿਹੜੇ ਉਹਨਾਂ ਦੇ ਜਾਣੂ ਨਹੀਂ ਕਰਵਾ ਸਕਦਾ ਜਦੋਂ ਇੱਕ ਉਹ ਪ੍ਰੋਪਰ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ ਆਉਣਗੀਆਂ। ਤਾਂ ਵੀ ਆਰ ਥਿੰਕਿੰਗ ਐਂਡ ਵੀ ਆਰ ਹੋਪਿੰਗ ਕਿ ਸ਼ਾਇਦ ਉਹ ਚੀਜ਼ ਵਧੀਆ ਤਰੀਕੇ ਨਾਲ ਹੈਂਡਲ ਹੋ ਸਕਦੀ ਹੈ। ਇਹ ਵੀ ਪਤਾ ਲੱਗਾ ਸੀ ਅੰਦਰੋਂ ਜੇ ਗੱਲ ਕਰੀਏ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਜਿਹੜੀਆਂ ਕੁੜੀਆਂ ਕਹਿਣਾ ਨਹੀਂ ਮੰਨਦੀਆਂ, ਠੀਕ ਹੈ ਜੀ, ਦੂਸਰੀਆਂ ਕੁੜੀਆਂ ਉਹਨਾਂ ਨੂੰ ਕੁੱਟਦੀਆਂ। ਹਾਂਜੀ ਬਿਲਕੁਲ ਇੱਦਾਂ ਇਹ ਸਾਡੇ ਸਾਹਮਣੇ ਆਇਆ। ਰੀਜ਼ਨ ਇਹ ਸੀਗਾ ਕਿ ਮੰਨ ਲਓ ਜਿਹੜੀ ਹੁਣ ਉਹ ਪ੍ਰੋਟੈਸਟ ਕਰਨਾ ਚਾਹੁੰਦੀਆਂ ਨੇ, ਕੁਛ ਲੜਕੀਆਂ ਵਿੱਚੋਂ ਬੇਸਿਕਲੀ ਨਹੀਂ ਇਨਵੋਲਵ ਹੋਣਾ ਚਾਹੁੰਦੀਆਂ ਇੱਦਾਂ ਦੇ ਕੰਮ ਵਿੱਚ। ਬਿਕੋਜ਼ ਉਹਨਾਂ ਨੂੰ ਹੁੰਦਾ ਕਿ ਮੰਨ ਲਓ ਮੇਰੇ 2 ਮਹੀਨੇ ਰਹਿ ਗਏ ਜਾਂ 3 ਮਹੀਨੇ ਰਹਿਣਗੇ ਜਾਂ ਮੇਰੀ ਬਦਨਾਮੀ ਹੋਏਗੀ ਜੇ ਮੈਂ ਇੱਦਾਂ ਦੇ ਕੰਮ ਕਰ ਰਹੀ ਹਾਂ, ਨਿਊਜ਼ ਉੱਤੇ ਆ ਰਹੀ ਹਾਂ ਜਾਂ ਬਾਹਰ ਭੱਜਣ ਦੀ ਕੋਸ਼ਿਸ਼ ਕਰ ਰਹੀ ਹਾਂ। ਸੋ ਸ਼ੀ ਡਜ਼ਨਟ ਵਾਂਟ, ਉਹਨੂੰ ਹੁੰਦਾ ਕਿ ਮੇਰੇ 2 ਜਾਂ 3 ਮਹੀਨੇ ਰਹਿ ਗਏ ਆ 18 ਸਾਲ ਨੂੰ ਹੋਣ ਲਈ। 18 ਸਾਲ ਤੋਂ ਬਾਅਦ ਆਟੋਮੈਟਿਕਲੀ ਉਹਨੂੰ ਜਿਹੜੀ ਸਟੇਟ ਨੇ ਰਿਲੀਜ਼ ਕਰ ਦੇਣਾ। ਇਟ ਕੈਨ ਬੀ ਡਿਲੇਡ ਮੇਬੀ 1 ਮਹੀਨਾ ਹੱਦ ਜਾਂ 2 ਮਹੀਨੇ ਬਿਕੋਜ਼ ਆਫ ਕੋਵਿਡ। ਈਵਨ ਜਿਹੜੀਆਂ ਕੋਰਟਸ ਨੇ ਉਹ ਪ੍ਰੋਪਰ ਫੰਕਸ਼ਨ ਨਹੀਂ ਕਰ ਪਾ ਰਹੀਆਂ। ਸੋ ਬੇਸਿਕਲੀ ਉਹ ਇੱਕ ਆਪਣਾ ਪ੍ਰੋਸੈਸ ਹੁੰਦਾ। ਹੁਣ ਜਿਹੜੀ ਕੁੜੀਆਂ ਨਹੀਂ ਇਨਵੋਲਵ ਹੋਈਆਂ ਤਾਂ ਹੀ ਕੱਲ੍ਹ ਉਹਨਾਂ ਦੇ ਨਾਲ ਵੀ ਉਹਨਾਂ ਦੀ ਮਾਰ ਕੁਟਾਈ ਹੋਈ ਹੈ। ਸੋ ਵੀ ਆਰ ਬੇਸਿਕਲੀ ਟਰਾਈਂਗ ਕਿ ਇਹਨੂੰ ਅਮਿਕੇਬਲੀ ਰਿਜ਼ੋਲਵ ਕੀਤਾ ਜਾਵੇ ਬਿਕੋਜ਼ ਉਹ ਬੱਚੇ ਨੇ। ਔਰ ਕਿਤੇ ਨਾ ਕਿਤੇ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਇੱਕ ਵਾਰੀ ਇਹ ਡੈਟਰੈਂਟ ਦੱਸਿਆ ਜਾਵੇ ਕਿ ਦੇਖੋ ਤੁਹਾਡਾ ਜਿਹੜਾ ਬੈਡ ਬਿਹੇਵੀਅਰ ਹੈ ਇਟ ਵੋਂਟ ਬੀ ਰਿਵਾਰਡਡ। ਉਸ ਤੋਂ ਇਲਾਵਾ ਜਿਹੜੀ ਤੁਹਾਡੀ ਜਾਇਜ਼ ਕੋਈ ਮੰਗ ਹੈ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ ਉਹ ਇਟ ਵਿਲ ਬੀ ਟੇਕਨ ਕੇਅਰ ਆਫ। ਪਰ ਉਹਨਾਂ ਦੀ ਜਿਹੜੀ ਬੇਸਿਕ ਮੰਗ ਇਹੀ ਹੈ ਕਿ ਅਸੀਂ ਚਾਹੇ ਕੁਛ ਵੀ ਹੋਵੇ, ਸਾਨੂੰ ਭਾਵੇਂ ਧਰਨਾ ਲਾਉਣਾ ਪਵੇ ਕੋਰਟ ਦੇ ਅੱਗੇ, ਸਾਨੂੰ 17 ਤੱਕ ਵੀ ਰਿਲੀਜ਼ ਕੀਤਾ ਜਾਵੇ। ਚਾਹੇ ਅਸੀਂ ਉਹਨਾਂ ਦਾ ਜਿਹੜਾ ਮੇਜਰ ਕੰਸਰਨ ਹੈ ਉਹ ਇਹ ਵੀ ਹੈ ਆਪਣੇ ਪੇਰੈਂਟਸ ਨੂੰ ਟਾਰਗੇਟ ਕਰਦੀਆਂ ਨੇ ਨਾ। ਬੇਸਿਕਲੀ ਉਹਨਾਂ ਨੂੰ ਸਾਨੂੰ ਇਹ ਸਮਝ ਵਿੱਚ ਆਉਂਦਾ ਹੈ ਐਂਡ ਉਹਨਾਂ ਨੇ ਇਹੀ ਸਾਨੂੰ ਇਹਦੇ ਬਾਰੇ ਜਾਣੂ ਵੀ ਕਰਵਾਇਆ ਕਿ ਜੀ ਮੰਨ ਲਓ ਸਾਡੇ ਜਿਹੜੇ ਪੇਰੈਂਟਸ ਹੈ ਜੀ ਉਹਨਾਂ ਨੇ ਸਾਡੀ ਏਜ ਗਲਤ ਲਿਖਵਾਈ ਹੈ। ਤੋ ਮੰਨ ਲਓ ਕਹਿੰਦੀਆਂ ਸਾਡੇ ਏਜ ਓਸੀਫਿਕੇਸ਼ਨ ਟੈਸਟ ਕਰਾਏ ਜਾਣ। ਬੋਨ ਓਸੀਫਿਕੇਸ਼ਨ ਟੈਸਟ ਹੁੰਦਾ ਜਿਸ ਤੋਂ ਇੱਕ ਏਜ ਸਾਹਮਣੇ ਆ ਜਾਂਦੀ ਹੈ। ਤਾਂ ਉਹ ਕਹਿੰਦੀ ਸਾਡੀ ਏਜ ਜਿਹੜੀ ਆ ਉਹ ਕਰਵਾਈ ਜਾਵੇ ਕਿਉਂਕਿ ਮੇਰੇ ਪੇਰੈਂਟਸ ਨੇ ਜਾਣਬੁੱਝ ਕੇ ਮੇਰੀ ਏਜ ਜਿਹੜੀ ਹੈ ਉਹ ਆਪਣੇ ਘੱਟ ਲਿਖਾਈ ਹੈ ਜਦ ਕਿ ਮੈਂ ਜ਼ਿਆਦਾ ਏਜ ਦੀ ਹਾਂ। ਸੋ ਇਹ ਬੇਸਿਕਲੀ ਵੀ ਵਿਲ ਆਲਸੋ ਟਰਾਈ ਕਿ ਇਹਦੇ 'ਤੇ ਕੁਛ ਐਕਸਪਲੋਰ ਕੀਤਾ ਜਾਵੇ। ਬਟ ਇਸ ਦੇ ਵਿੱਚ ਵੀ ਕੋਈ ਜ਼ਿਆਦਾ ਮੈਨੂੰ ਸਕੋਪ ਦਿਖਦਾ ਨਹੀਂ ਹੈ ਕਿਉਂਕਿ ਅਸੀਂ ਬੇਸਿਕਲੀ ਇਸ ਚੀਜ਼ ਨੂੰ ਵੀ ਨਹੀਂ ਚੈਲੰਜ ਕਰ ਸਕਦੇ ਅੰਟਿਲ ਐਂਡ ਅਨਲੈਸ ਇਟ ਇਜ਼ ਡਿਸਾਈਡਡ ਬਾਈ ਆਨਰੇਬਲ ਕੋਰਟ। ਜੇ ਸਾਨੂੰ ਕੋਈ ਆਰਡਰ ਹੋਣ ਕਿ ਇਹਦੇ ਬੋਨ ਓਸੀਫਿਕੇਸ਼ਨ ਟੈਸਟ ਕਰਵਾਏ ਜਾਣ, ਅਸੀਂ ਸੁਓ ਮੋਟੋ ਬੋਨ ਓਸੀਫਿਕੇਸ਼ਨ ਟੈਸਟ ਨਹੀਂ ਕਰਵਾ ਸਕਦੇ। ਇਟ ਇਜ਼ ਆਲਸੋ ਵੈਰੀ ਅਨਜਸਟੀਫਾਈਡ। ਕੁਝ ਦਿਨ ਪਹਿਲਾਂ ਕੁੜੀਆਂ ਇੱਥੋਂ ਭੱਜੀਆਂ ਗਈਆਂ, ਕੁਝ ਦੂਰੀ ਤੋਂ ਫੜ ਲਿੱਤਾ ਗਿਆ ਸੀ ਕੁੜੀਆਂ ਨੂੰ। ਇਹ ਜਿਹੜੀਆਂ ਭੱਜਣ ਕੁੜੀਆਂ ਸਫਲ ਕਿੱਦਾਂ ਹੋ ਗਈਆਂ? ਨਹੀਂ, ਇਹ ਭੱਜਣ ਦੇ ਵਿੱਚ ਸਫਲ ਇੱਦਾਂ ਨੇ ਕਿ ਰੀਜ਼ਨ ਬੀਇੰਗ ਕਿ ਉਹਨਾਂ ਨੇ ਜਿਹੜੀ ਕਾਂਸਟੇਬਲ ਹੈ ਉੱਦਣ ਵੀ ਉਹਨੂੰ ਧੱਕਾ ਮੁੱਕੀ ਕਰਕੇ ਮੈਨ ਹੈਂਡਲ ਕਰਕੇ। ਦੇਖੋ ਪ੍ਰੋਬਲਮ ਇਹ ਹੈ ਕਿ ਦਿਸ ਇਜ਼ ਨਾਟ ਅ ਜੇਲ ਜੇ ਦੇਖਿਆ ਜਾਵੇ ਟੈਕਨੀਕਲੀ। ਇਹ ਦੀਜ਼ ਆਰ ਚਾਈਲਡ ਇਨ ਕੇਅਰ ਆਫ ਨਾ ਇਨ ਦੀ ਸਟੇਟਸ ਪ੍ਰੋਟੈਕਸ਼ਨ ਐਂਡ ਕੇਅਰ। ਸੋ ਅਸੀਂ ਜਿਹੜੀ ਇੱਥੇ ਸਿਕਿਉਰਿਟੀ ਹੁੰਦੀ ਹੈ ਬੇਸਿਕਲੀ ਦੈਟ ਇਜ਼ ਨਾਟ ਅਪ ਟੂ ਗ੍ਰੇਡ। ਕੋਈ ਜੇਲ੍ਹ ਵਰਗੀ ਸਿਕਿਉਰਿਟੀ ਨਹੀਂ ਹੁੰਦੀ। ਇੱਕ ਹਾਊਸ ਮਦਰ ਹੁੰਦੀ ਹੈ, ਇੱਕ ਘਰ ਵਰਗਾ ਮਾਹੌਲ ਸਟੇਟ ਵੱਲੋਂ ਕਿਹਾ ਜਾਂਦਾ ਕਿ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾਵੇ ਵੀ ਕਿਉਂਕਿ ਉਹ ਕੋਈ ਬੇਸਿਕਲੀ ਜੁਰਮ ਨਹੀਂ ਹੋਇਆ ਉਹਦੇ ਕੋਲੋਂ ਵੀ ਅੰਡਰ 18 ਹੈ ਕੁੜੀ, ਉਹਨੇ ਚਲੋ ਭੱਜ ਕੇ ਵਿਆਹ ਕਰਾ ਲਿਆ, ਦੈਟ ਇਜ਼ ਅ ਸੈਪਰੇਟ ਥਿੰਗ। ਪਰ ਬੇਸਿਕਲੀ ਕੋਈ ਉਹਨੇ ਜੁਰਮ ਨਹੀਂ ਕੀਤਾ। ਸੋ ਇੱਥੇ ਸਿਕਿਉਰਿਟੀ ਉੱਦਾਂ ਦੀ ਨਹੀਂ ਹਾਈ ਫਾਈ ਰੱਖ ਸਕਦੇ ਆਪਾਂ ਕਿ ਚਲੋ ਬੱਚਿਆਂ ਨੂੰ ਜ਼ਿਆਦਾ ਵੀ ਡਰ ਵੀ ਜਾਂਦੇ ਆ ਵੀ ਪੁਲਿਸ ਵਾਲਾ। ਤਾਂ ਇੱਕ ਵਧੀਆ ਪੱਖ ਹੁੰਦਾ ਉਹਦੇ ਵਾਸਤੇ ਕਿ ਬੱਚਿਆਂ ਦੀ ਜਿਹੜੀ ਸਾਈਕੋਲੋਜੀ 'ਤੇ ਜ਼ਿਆਦਾ ਇਫੈਕਟ ਨਾ ਪਵੇ। ਸੋ ਸਿਕਿਉਰਿਟੀ ਜਿਹੜੀ ਸੀਗੀ ਉਹ ਘੱਟ ਹੈ ਐਜ਼ ਰਿਲੇਟਿਵਲੀ ਟੂ ਸਟਰੈਂਥ। ਸੋ ਉਦੋਂ ਉਹਨਾਂ ਨੇ ਉਹਨੂੰ ਮੈਨ ਹੈਂਡਲ ਕਰ ਲਿਆ ਔਰ ਓਵਰ ਪਾਵਰ ਕਰ ਲਿਆ ਕਿਉਂਕਿ ਇੱਕ ਕਾਂਸਟੇਬਲ ਨੂੰ ਓਵਰ ਪਾਵਰ ਕਰਨਾ ਇੰਨੇ ਲੜਕੀਆਂ ਲਈ ਕੋਈ ਵੱਡੀ ਗੱਲ ਨਹੀਂ ਸੀ। ਤਾਂ ਉਹਨਾਂ ਨੇ ਧੱਕੇ ਵਗੈਰਾ ਮਾਰ ਕੇ ਉਹਦੇ ਕੋਲੋਂ ਚਾਬੀ ਵਗੈਰਾ ਖੋਹ ਕੇ ਪ੍ਰੋਪਰ ਉਹਨੂੰ ਨਿਕਲਣ ਲਈ ਇੱਥੋਂ ਕਾਮਯਾਬ ਹੋ ਗਈਆਂ। ਜਿੱਦਾਂ ਤੁਸੀਂ ਦੱਸਿਆ ਜਦੋਂ ਕੁੜੀਆਂ ਭੱਜੀਆਂ ਉਦੋਂ ਤੁਹਾਡਾ ਜਿਹੜਾ ਸਿਕਿਉਰਿਟੀ ਗਾਰਡ ਸੀ ਉਹਨਾਂ ਮਾਰਕੁੱਟ ਕੀਤੀ, ਠੀਕ ਹੈ ਜੀ। ਕੱਲ੍ਹ ਵੀ ਕੁੜੀਆਂ ਨੇ ਅੰਦਰ CCTV ਕੈਮਰੇ ਤੋੜੇ, ਸਿਕਿਉਰਿਟੀ ਗਾਰਡ ਨੂੰ ਵੀ ਕੁੱਟਿਆ। ਕਿਆ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ ਜਾਏਗੀ ਤੁਹਾਡੇ ਵੱਲੋਂ? ਹਾਂਜੀ, ਪੁਲਿਸ ਨੂੰ ਅਸੀਂ ਲਿਖ ਰਹੇ ਹਾਂ ਬਿਲਕੁਲ। ਜਿਹੜੀਆਂ ਲੜਕੀਆਂ ਨੇ ਕੁਝ ਆਇਡੈਂਟੀਫਾਈ ਹੋਈਆਂ ਨੇ ਜਿਨ੍ਹਾਂ ਨੇ ਹੋਮ ਦੇ ਸਟਾਫ ਨਾਲ ਔਰ ਈਵਨ ਪੁਲਿਸ ਦੇ ਸਟਾਫ ਨਾਲ ਥੋੜ੍ਹਾ ਬਦਤਮੀਜ਼ੀ ਕੀਤੀ ਹੈ, ਧੱਕੇ ਮਾਰੇ ਹੈ, ਗਾਲੀ ਗਲੋਚ ਕੀਤਾ ਹੈ, ਕੈਮਰਾਜ਼ ਤੋੜੇ ਹੈ, ਉਹਨਾਂ ਬਾਰੇ ਅਸੀਂ ਵੈਰੀਫਾਈ ਕਰਵਾ ਕੇ ਪੁਲਿਸ ਨੂੰ ਇਹਦੇ ਬਾਰੇ ਲਿਖ ਰਹੇ ਹਾਂ। ਐਂਡ ਜੋ ਵੀ ਕੋਈ ਬਣਦੀ ਇਹਦੇ 'ਤੇ ਕਾਨੂੰਨੀ ਕਾਰਵਾਈ ਹੋਊਗੀ ਬਿਕੋਜ਼ ਵੀ ਡੋਂਟ ਵਾਂਟ। ਦੇਖੋ
देयर इज़ वेरी आई मीन ट्रिकी इशू इनवॉल्वड हेयर क्योंकि बच्चे भी ने प्लस पर हुण बच्चे जिहड़े ने एक कह लो जे अगर बैड बिहेवियर असी बार बार रिवॉर्ड करांगा तो जिहड़े चंगे बच्चे भी हैं उन्हां दी मानसिकता ते भी बहुत फर्क पैंदा है। सो असी एक काउंसलिंग भी करवा रहे हैं सो दैट मे बी इन्हां नूं जदों लीगल चैनल के थ्रू ये चीज़ पता लगेगी कि दिस इज़ नॉट अलाउड, ये साडी जिहड़ी मंग है वो अनजस्टिफाइड है कि एक जिहड़ी जस्टिफाइड मंग है वो उसनूं एक प्रॉपर चैनल नाल परस्यू किया जा सकता है। सो असी इन्हां दे बारे जिहड़ी कोई लीगल चैलेंजेस आ रहे हैं असी वो भी परस्यू कर रहे हैं। वी आर होपिंग कि इहदे उत्ते भी जे शायद मे बी इन्हां नूं थोड़ा एक डेटरेंट एक एग्जाम्पल सैट होना चाहिए कि तुसी हर चीज़ एक धक्के नाल और ब्लैकमेलिंग दे नाल तुसी नहीं कर सकते हो। ਜੇ ਗੱਲ ਕਰੀਏ ਪਿਛਲੇ ਦਿਨੀ ਤੋਂ ਲੈ ਕੇ ਅੱਜ ਕੱਲ ਰਾਤ ਤੱਕ ਕੁੜੀਆਂ ਨੇ ਕਿਹੜੀ ਕਿਹੜੀ ਚੀਜ਼ ਨੂੰ ਜ਼ਿਆਦਾ ਨੁਕਸਾਨ ਪਹੁੰਚਾਇਆ? बेसिकली इट वॉज कि उन्होंने जिहड़ा गेट सीगा उत्थे एक गेट लग्या होया सीगा पूरा प्रॉपर उन्होंने तोड़ दिता सीगा उन्होंने हिला हिला के मतलब जो पुश कर दियां ने रोल ओवर गेट है उन्होंने हिला दिता तो बेसिकली एक तो गेट तोड़ दिता जिहड़ा अंदर सीगा गेट उन्होंने इट्टां रोड़े इट मतलब कि तो लाली होनी है मतलब मान लो जी कोई विंडो लगी हुई है उस तो एक इट ले ली उन्होंने इट मार मार के उन्होंने ट्राई किया गया कि तोड़ दिता जाए। जिहड़ा कैमरा है कैमरा भी मैनूं पता लग्या उहदी शायद वायर वगैरह कट दित्ती है। सो ये कुछ जिहड़ियां मेन चीज़ां ने कि इसी जगह कुछ शीशे भी हैं जिहड़े लगे हुए सीगे उन्होंने तोड़ दिता है। सो बेसिकली इट इज़ जस्ट कि एक दबाव बनाने लई कोशिश की गई और जिहड़े बच्चे इन्होंने नहीं मतलब इनवॉल्व हो रहे सीगे उन्हां दे सट्टां जिद्दां पता लग्या उहदे नाखून वगैरह मारे हैं 2-4 कुड़ियां ने रल के जिद्दां ये चीज़ हो जाती है। ये नॉमिनल भी आपां देख सकते हैं बट ये एस्कलेट होना अपने आप च एक बड़ी मंदभागी घटना है। सो वी आर ट्राइंग कि असी हर तरीके नाल इन्हां नूं बच्चिआं नूं काम कर सकीए क्योंकि एक 16-17 साल का बच्चा बड़ा एनर्जैटिक होंदा है उहदी एनर्जी एक प्रॉपर तरीके नाल चैनलाइज़ की जाए तो वो किसी वधिया तरीके वाल भी जा सकते हैं। दे हैव बीन मिसगाइडिड कि वो थोड़ा पहला कुछ रोमांटिक अफेयर्स इनवॉल्व हो जाते हैं बच्चे और उन्होंने लगता है कि चलो असी शादी करवा ली और उन्होंने हुण एक बड़ा फेरी वर्ल्ड च रहिंदे हैं कि मान लो जो असी जे साडा शादी हो जाएगी पहला तो मेरी शादी तो बाद बहुत वधिया लाइफ हो जाएगी मेरे पेरेंट्स शायद मैनूं उन्ना प्यार नहीं कर सकते। सो वी आर एक्चुअली काउंसलिंग दैम बोथ वे कि असी उन्होंने ये भी दस रहे हैं कि देखो बेटा जो पेरेंट्स ने जे तुसी ईवन आई मीन आफ्टर 18 वैन यू आर एडल्ट जे तुसी जाना भी चाहते हो कि तुसी हुण उस तो पहला यू शुड गो टू योर पेरेंट्स और तुहाडे पेरेंट्स भी जिहड़े उन्हां दे पेरेंट्स हैं साडे कोले आंदे ने एंड दे आर ईवन रेडी कि सानूं इन्हां नूं तुसी वापस दे दिओ। तो बट जिहड़े बच्चे ने वो उन्हां कोले जाना नहीं चाहते उन्हां नूं ये हुंदा एप्रीहेंशन कि जे मैं इन्हां कोले चल जूँगी ये मेरा शायद कल नूं विआह नहीं करनगे तो वो क्योंकि एक प्रोसैस वाइज ये है कि चाहे अंडर 18 है पर इहदी जिहड़ी सुनवाई है उस ਇਹਦੀ सुनवाई जरूर होएगी कि तू पेरेंट्स कोले जाना चाहती है बट वो मना कर देंगे हैं कि असी पेरेंट्स कोल नहीं जाना तो उत्थे बड़ा एक कह लो डेडलॉक आ जाता है। सो उदों तक उन्होंने ऐ लगता है कि मैं तो ना हुण अपने पेरेंट्स कोल जा सकती हैं ना मैनूं ये सहुरे परिवार कोल रहना चाहते हैं तो फिर उन्होंने इत्थे भी रहना बिल्कुल नहीं चंगा लगता कि मैनूं तुसीं इत्थे कैद कर लिया। सो एक बड़ी कह लो ट्रिकी सिचुएशन है। सो वी आर ट्राइंग टू हैंडल असी कोशिश कर रहे हैं कि जिहड़ी इन्हां दी एनर्जी है वो किसी होर बन्ने सो दैट इन्हां नूं आपां होर एक्सट्रा करिकुलर एक्टिविटीज़ करवा रहे हैं। ईवन साडे डिपार्टमेंट वालों वी आर ऑल पहलां भी इन्हां दियां जिहड़ियां अपना स्किल कोर्सेज हैं करवाते रहंदे हैं। असी रिसेंटली इन्हां दा एक बड़ा अच्छा कोर्स करवाया सीगा इन्हां बच्चों का ईवन सैल्फ डिफेंस ट्रेनिंग शुरू करवाई सी इन्हां दी प्लस इन्हां दा एक ब्यूटीशियन का कोर्स करवाया सी जिहदे विच असी इन्हां नूं एक इंप्लॉयमेंट दा एवेन्यू जनरेट करन दी कोशिश की कि मान लो जदों तुसीं 18 साल तो अबव हो जाणगियां हुण तुसीं स्कूल नहीं जा रही बिकॉज दे डोंट वांट टू स्टडी ऑल्सो इन्हां दा स्कूलिंग का जिहड़ा काम है वह भी रुकिया होया। सो वी वांटेड कि इन्हां नूं कल नूं कोई इंप्लॉयमेंट अपॉर्चुनिटी मिल सके तो असीं इन्हां दा रिसेंटली एक अपने बैंक दे नाल टाई अप करके असीं इन्हां दा एक टैक्नीकल कोर्स शुरू करवाया सी जिहदे विच इन्हां नूं इंप्लॉयमेंट मिल सकती है। वो ब्यूटीशियन का कोर्स सीगा जिहदे चों ईवन 45 के आस पास साडे कोल कुड़ियां ने कोर्स किया एंड दे ईवन लाइकड इट। सो गल ये है कि हुण इदां दी चीज़ है कि जदों तक उन्होंने एक प्रॉपर चैनल तो शायद में भी समझ आए वी कैन ओनली ट्राई पर उन्होंने जी अनजस्टिफाइड मांग है वो इट कैन नॉट बी ईवन आई मीन कंसिडरेट कि वो एक पॉसीबल सिचुएशन नहीं हैगी कि तुसीं उन्होंने 18 तो पहला छड्ड सकते हो दैट वुड बी इलीगल। जे गल करिए लड़कियां जिन्नियां अंदर रहिंदियां उन्होंने खाण पीण लई की दित्ता जांदा? उन्होंने खाण पीण लई एक प्रॉपर मैन्यू सैट हुंदा है
ਔਰ ਜਿਹਦੇ ਵਿੱਚ ਇੱਕ ਜਿੱਦਾਂ ਕਿਸੇ ਹੋਸਟਲ ਦੇ ਵਿੱਚ ਇੱਕ ਪ੍ਰੋਪਰ ਮੈਨਿਊ ਹੁੰਦਾ ਹੈ ਜਿਹਦੇ ਵਿੱਚ ਨੰਬਰ ਆਫ ਪ੍ਰੋਟੀਨਸ ਐਂਡ ਕੈਲੋਰੀਜ਼ ਐਂਡ ਸਾਰਾ ਕੁਝ ਡਿਸਾਈਡਡ ਹੁੰਦਾ। ਇਟ ਇਜ਼ ਪ੍ਰੀ ਡਿਸਾਈਡਡ ਬਾਏ ਦੀ ਗਵਰਨਮੈਂਟ ਓਨਲੀ ਐਂਡ ਇਟ ਇਜ਼ ਅ ਵੈਰੀ ਗੁੱਡ ਮੈਨਿਊ ਆਲਸੋ। ਈਵਨ ਜਦੋਂ ਹੁਣ ਅਸੀਂ ਵਿਜ਼ਿਟ ਕੀਤੀ ਸੀ ਆਫਟਰ ਦੀ, ਜਦੋਂ ਸਾਨੂੰ ਇਹਦੇ ਬਾਰੇ ਕੋਈ ਸ਼ਿਕਾਇਤ ਪ੍ਰਾਪਤ ਹੋਈ ਤਾਂ ਵੀ ਚੈੱਕ ਦੀ ਮੈਨੂ, ਵੀ ਏਟ ਦੀ ਫੂਡ ਆਲਸੋ। ਅਸੀਂ ਖੁਦ ਵੀ ਉਹ ਖਾ ਕੇ ਦੇਖਿਆ, ਖਾਣਾ ਵਾਜ਼ ਵੈਰੀ ਗੁੱਡ। ਐਂਡ ਜਦੋਂ ਫਿਰ ਬੱਚਿਆਂ ਨੂੰ ਵੀ ਪੁੱਛਿਆ ਗਿਆ ਵੀ ਤੁਸੀਂ ਦੱਸੋ ਵੀ ਖਾਣੇ 'ਚ ਕਿੱਥੇ ਪ੍ਰੋਬਲਮ ਆ ਰਹੀ ਹੈ, ਤਾਂ ਮੋਸਟ ਜਦੋਂ ਲੜਕੀਆਂ ਭੱਜੀਆਂ ਸੀ ਉੱਥੇ ਇਹ ਆਰੋਪ ਲਗਾਇਆ ਗਿਆ ਸੀ ਜੋ ਸਾਨੂੰ ਖਾਣ ਪੀਣ ਨੂੰ ਦਿੱਤਾ ਜਾਂਦਾ ਉਹ ਬਿਲਕੁਲ ਅੱਛਾ ਨਹੀਂ ਹੈ। ਬੇਸਿਕਲੀ ਇਹੀ ਚੀਜ਼ ਨੂੰ ਅਸੀਂ ਵੈਰੀਫਾਈ ਕਰਨ ਲਈ ਬੱਚਿਆਂ ਨੂੰ ਨਾਲ ਲੈ ਕੇ ਅਸੀਂ ਖੁਦ, ਈਵਨ ਆਈ ਹੈਡ ਦੇਅਰ ਕਿ ਮੈਂ ਉੱਥੇ ਜਾ ਕੇ ਖਾਣਾ ਉਹਨਾਂ ਦੇ ਨਾਲ ਖਾਧਾ। ਈਵਨ ਆਨਰੇਬਲ SDM ਸਾਹਿਬ ਨੇ ਵੀ ਇਹ ਚੀਜ਼ ਉਹਨਾਂ ਨੂੰ ਕਨਫਰਮ ਕੀਤੀ ਕਿ ਇਹਦੇ ਵਿੱਚ ਕੀ ਕੁਝ ਫੈਕਟਸ ਨੇ, ਪਰ ਇਹਦੇ ਵਿੱਚ ਸਾਨੂੰ ਕੋਈ ਵੀ ਫੈਕਟ ਸਾਹਮਣੇ ਨਹੀਂ ਆਏ। ਸੋ ਬੇਸਿਕਲੀ ਇੱਦਾਂ ਹੋ ਜਾਂਦਾ ਹੈ ਕਿ ਜਨ ਦੇਰ ਇਜ਼ ਲੋਟ ਆਫ ਕਹਿ ਲਓ ਐਗਰੈਸ਼ਨ, ਤਾਂ ਉਦੋਂ ਜਿੱਦਾਂ ਉਸ ਟਾਈਮ ਦੌਰਾਨ ਤੁਸੀਂ ਦੇਖਿਆ ਹੋਣਾ ਕੁਝ ਵੀਡੀਓਜ਼ 'ਚ ਉਹਨਾਂ ਨੇ ਇਹ ਵੀ ਗੱਲਾਂ ਕਹੀਆਂ ਕਿ ਜੀ ਇਹ ਹਾਊਸ ਮਦਰ ਹੈ ਜੀ, ਇਹ ਮੇਰਾ ਕੇਸ ਜਿਹੜਾ ਆ ਪਰਸਿਊ ਨਹੀਂ ਕਰ ਰਹੀ, ਇਹ ਜਾਣ ਕੇ ਨਹੀਂ ਕਰ ਰਹੀ। ਕੁਝ ਬੱਚਿਆਂ ਨੇ ਮਤਲਬ ਛੋਟੀਆਂ ਇੱਦਾਂ ਦੀਆਂ ਗੱਲਾਂ ਵੀ ਕਹੀਆਂ ਕਿ ਜੀ ਮੇਰੇ ਕੋਲ ਰਿਮੋਟ ਮੇਰੇ ਕੋਲ ਖੋਹ ਲੈਂਦੀ ਹੈ ਜੀ, TV ਨਹੀਂ ਮੈਨੂੰ ਦੇਣ ਦਿੱਤਾ, ਮੈਂ ਇੱਕ ਦਿਨ ਰਾਤ ਜ਼ਿਆਦਾ, ਮਤਲਬ ਇੱਕ ਜਿੱਦਾਂ ਘਰ 'ਚ ਇੱਕ ਬੱਚਾ ਯੂ ਕੈਨ ਇਮੈਜਿਨ ਕਿ ਕਈ ਵਾਰੀ ਕੁਛ ਅਨਜਸਟੀਫਾਈਡ ਚੀਜ਼ਾਂ ਰੱਖਦਾ। ਵੀ ਕੈਨ ਓਨਲੀ ਇਮੈਜਿਨ, ਅਸੀਂ ਉਹਨੂੰ ਬੇਸਿਕਲੀ ਪੁਸ਼ ਕਰ ਸਕਦੇ ਹਾਂ ਕਿ ਬੇਟਾ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ, ਜਿਹੜੀ ਚੀਜ਼ ਠੀਕ ਹੈ ਉਹਦੀ ਤੁਹਾਡੀ ਹਮੇਸ਼ਾ ਉਹਦੇ 'ਤੇ ਅਸੀਂ ਨਾਲ ਤੁਹਾਡੇ ਖੜ੍ਹੇ ਹਾਂ। ਐਂਡ ਵੀ ਆਰ ਟਰਾਈਂਗ ਆਰ ਲੈਵਲ ਬੈਸਟ ਕਿ ਅਸੀਂ ਇਹਨਾਂ ਨੂੰ ਹਰ ਤਰੀਕੇ ਨਾਲ ਮੋਲਡ ਕਰ ਸਕੀਏ ਸੋ ਦੈਟ ਇਹ ਜਦੋਂ ਇੱਥੋਂ ਨਿਕਲਣ ਇੰਨੇ ਕੁ ਕਾਬਿਲ ਤਾਂ ਜ਼ਰੂਰ ਹੋ ਸਕਣ, ਇੰਨੀ ਸਮਝ ਰੱਖਣ। ਜੇ ਬੀਇੰਗ ਸਟੇਟ ਅਸੀਂ ਇਹਨਾਂ ਦੇ ਗਾਰਡੀਅਨਸ ਹਾਂ ਤਾਂ ਵੀ ਟੋਟਲੀ ਟੇਕ ਆਰ ਰਿਸਪੋਂਸਿਬਿਲਿਟੀ। ਪਰ ਕੁਛ ਚੀਜ਼ਾਂ ਜਿਹੜੀਆਂ ਮੰਦਭਾਗੀ ਹੁੰਦੀਆਂ ਨੇ ਉਹਨਾਂ ਨੂੰ ਥੋੜ੍ਹਾ ਕੰਟਰੋਲ ਕਰਨਾ ਆਪਣੇ ਆਪ 'ਚ ਇੱਕ ਚੈਲੰਜਿੰਗ ਸਿਚੁਏਸ਼ਨ ਹੈ, ਕਿਉਂਕਿ ਬੱਚੇ ਹੈ, ਬੱਚਿਆਂ ਨੂੰ ਤੁਸੀਂ ਨੋਰਮਲੀ ਦੇਖਿਆ ਹੋਣਾ ਘਰ ਦੇ ਵਿੱਚ ਇੱਕ ਬੱਚੇ ਨੂੰ ਸਮਝਾਉਣਾ ਬੜਾ ਮੁਸ਼ਕਿਲ ਹੁੰਦਾ ਕਿ ਜੇ ਉਹ ਕਈ ਵਾਰੀ ਛੋਟੀ ਜ਼ਿੱਦ ਰੱਖ ਲੈਂਦਾ ਤਾਂ ਉਹਨੂੰ ਇਹ ਸਮਝਾਉਣਾ ਬਹੁਤ ਮੁਸ਼ਕਿਲ ਹੁੰਦਾ। ਬਟ ਜਦੋਂ ਇੱਥੇ ਇੰਨੇ ਜ਼ਿਆਦਾ ਬੱਚੇ ਹੈ, ਉਹਨਾਂ ਨੂੰ ਕਿਸੇ ਨੇ ਮੰਨ ਲਓ ਨਾਲ ਦੇ ਕਿਸੇ ਕੁੜੀ ਨੇ ਕਹਿ ਤਾ ਜੀ ਉਹ 17 ਸਾਲ ਦਾ ਕੋਈ ਬੱਚਾ ਸੀਗਾ, ਉਹਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤੇ ਹੈ। ਉਹ ਜਦੋਂ ਇੱਕ ਬੰਦੇ ਦਾ ਸੁਣ ਲਿਆ ਉਹਨਾਂ ਨੂੰ ਲੱਗਦਾ ਜੀ ਉਹ ਫਲਾਣੇ ਦਾ ਆਰਡਰ ਹੋ ਗਏ ਹੈ। ਹੁਣ ਉਹ ਜੁਡੀਸ਼ਰੀ ਦੀ ਡਿਸਕ੍ਰਿਸ਼ਨ ਹੈ, ਆਪਣੇ ਆਨਰੇਬਲ ਜੱਜਸ ਦੀ ਡਿਸਕ੍ਰਿਸ਼ਨ ਹੈ, ਉਹਦੇ 'ਤੇ ਉਹ ਆਰਡਰ ਦੇ ਸਕਦੇ ਆ। ਸੋ ਵੀ ਆਰ ਨਾਟ ਈਵਨ ਕੰਪੀਟੈਂਟ ਟੂ ਸੇ ਮੇਰਾ ਆਰਡਰ ਜਾਣ ਕੇ ਨਹੀਂ ਦੇ ਰਹੇ ਜਾਂ ਮੈਨੂੰ ਜਾਣ ਕੇ ਨਹੀਂ ਬਾਹਰ ਜਾਣ ਦੇ ਵੀ ਮੇਰਾ ਜਿਹੜਾ ਕੇਸ ਹੈ ਉਹ ਪਰਸਿਊ ਨਹੀਂ ਕਰ ਰਹੇ ਜਾਣ ਕੇ। ਇਹ ਮਤਲਬ ਹੋਮ ਦਾ ਸਟਾਫ ਜਿਹੜਾ ਹੈ ਉਹਨਾਂ ਨੂੰ ਜਾਣ ਕੇ ਇੱਥੇ ਰੱਖਣਾ ਚਾਹੁੰਦਾ, ਜਦ ਕਿ ਕਿਸੇ ਦਾ ਰੱਖਣ ਦਾ ਕੋਈ ਏਜੰਡਾ ਨਹੀਂ ਹੈ। ਮਤਲਬ ਐਵਰੀਬਡੀ ਵੁੱਡ ਵਾਂਟ ਕਿ ਜਿੰਨਾ ਉਹਨਾਂ ਦੇ ਪ੍ਰੈਸ਼ਰ ਘੱਟ ਹੋਵੇ, ਵਾਈ ਵੁੱਡ ਦੇ ਵਾਂਟ ਟੂ ਕੀਪ ਇਟ। ਸੋ ਬੇਸਿਕਲੀ ਉਹਨਾਂ ਨੇ ਅਸੀਂ ਜਿਹੜਾ ਈਵਨ ਉਹਨਾਂ ਨੇ ਐਲੀਗੇਸ਼ਨ ਲਾਏ ਸੀ ਅਬਵ 18 ਕਿ ਜਿਹੜੇ ਬੱਚੇ ਹੈ ਉਹਨਾਂ ਦਾ ਇਹਨਾਂ ਨੇ ਜਾਣ ਕੇ ਇਹਨਾਂ ਨੂੰ ਰੋਕਿਆ ਹੋਇਆ। ਅਸੀਂ ਉਹਨਾਂ ਦਾ ਪ੍ਰੋਪਰ ਜਿਹੜਾ ਸੁਪਰਡੈਂਟ ਹੋਮ ਵੱਲੋਂ ਜਿਹੜਾ ਚਿੱਠੀ ਪੱਤਰ ਕੀਤਾ ਹੋਇਆ ਸੀਗਾ, ਪ੍ਰੋਪਰ ਲੈਟਰਸ ਲਿਖੇ ਹੋਏ ਸੀਗੇ ਆਨਰੇਬਲ ਜੱਜਸ ਨੂੰ ਕਿ ਇਹਨਾਂ ਦੇ ਛੇਤੀ ਤੋਂ ਛੇਤੀ ਆਰਡਰ ਕਰਵਾਏ ਜਾਣ। ਮੰਨ ਲਓ ਜੇ ਕਿਸੇ ਦੇ 4 ਮਹੀਨੇ ਪਹਿਲਾਂ ਦੇ ਆਰਡਰ ਪੈਂਡਿੰਗ ਸੀਗੇ, ਉਹ 4 ਮਹੀਨੇ ਦੇ ਵਿੱਚ ਉਹਨਾਂ ਦਾ ਪ੍ਰੋਪਰ ਲੈਟਰ ਇੰਟੀਮੇਸ਼ਨ ਚੱਲ ਰਿਹਾ ਕਿ ਇਹਦੇ ਜਿਹੜੀ ਇਹ ਏਜ ਹੈ 18 ਤੋਂ ਅਬਵ ਕ੍ਰਾਸ ਕਰ ਚੁੱਕੀ ਹੈ, ਇਹਨੂੰ ਹੀਅਰਿੰਗ ਵਾਸਤੇ ਬੁਲਾਇਆ ਜਾਵੇ ਸੋ ਦੈਟ ਇਹਦੇ ਜਿਹੜੇ ਆਰਡਰਸ ਹੈ ਉਹ ਇਹਦੇ ਆਪਣੇ ਇਨ-ਲॉज ਨੂੰ ਕੀਤੇ ਜਾ ਸਕਣ। ਸੋ ਉਹਦੀ ਜਿਹੜੀ ਪ੍ਰੋਪਰ ਵੈਰੀਫਿਕੇਸ਼ਨ ਹੈ ਇਟ ਇਜ਼ ਬੀਇੰਗ ਡਨ। ਈਵਨ ਅਸੀਂ ਨਾਲ ਦੇ ਨਾਲ ਹੁਣ ਉਹਨੂੰ ਰੋਜ਼ ਦੇ ਰੋਜ਼ ਫੋਲੋ ਅਪ ਕਰ ਰਹੇ ਹਾਂ। ਪੂਰਾ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਯੂਨਿਟ ਹੁੰਦਾ ਸਾਡੇ, ਇੱਕ ਕੰਪੋਨੈਂਟ ਹੈ ਜਿਹਦੇ ਵਿੱਚ ਉਹਨਾਂ ਦਾ ਕੰਮ ਸਿਰਫ ਬੇਸਿਕਲੀ ਹੋਮਸ ਦੇਖਣਾ ਔਰ ਚਾਈਲਡ ਦੀ ਪ੍ਰੋਟੈਕਸ਼ਨ ਹੁੰਦਾ। ਅਸੀਂ ਉਹਨਾਂ ਨੂੰ ਪ੍ਰੋਪਰ ਅਪੋਇੰਟ ਕੀਤਾ ਹੋਇਆ ਕਿ ਜਦੋਂ ਤੱਕ ਇਹ ਚੀਜ਼ ਪੂਰੀ ਸਟੀਮ ਆਫ ਨਹੀਂ ਹੁੰਦੀ ਤੁਸੀਂ ਪ੍ਰੋਪਰ ਇਹਦਾ ਫੋਲੋ ਅਪ ਲਾਉਂਗੇ। ਹੁਣ ਵੀ ਇਸ ਟਾਈਮ ਉਸ ਹੋਮ ਦੇ ਵਿੱਚ ਨੇ, ਵੀ ਆਰ ਪ੍ਰੋਪਰ ਇੱਧਰੋਂ ਇਹਨਾਂ ਦੀ ਵੀ ਕਾਉਂਸਲਿੰਗ ਕਰਵਾ ਰਹੇ ਹਾਂ। ਸਾਡੇ ਕੋਲ ਆਪਣੇ ਵੀ ਕਾਉਂਸਲਰਸ ਹੁੰਦੇ ਨੇ, ਅਸੀਂ ਉਹਨਾਂ ਕਾਉਂਸਲਰਸ ਦੀ ਵੀ ਪ੍ਰੋਪਰ ਡੈਡੀਕੇਟਿਡ ਸਟਾਫ ਲਗਾਇਆ ਹੋਇਆ ਸੋ ਦੈਟ ਇਹਨਾਂ ਨੂੰ ਥੋੜ੍ਹਾ ਸਟੀਮ ਆਫ ਕੀਤਾ ਜਾਵੇ। ਲੜਕੀਆਂ ਦਾ ਇੱਕ ਆਰੋਪ ਹੋਰ ਸੀਗਾ ਕਿ ਸਾਨੂੰ ਅੰਦਰ ਦਿਮਾਗੀ ਤੌਰ 'ਤੇ ਅਤੇ ਸਰੀਰੀ ਤੌਰ 'ਤੇ ਟੌਰਚਰ ਕੀਤਾ ਜਾਂਦਾ। ਟੌਰਚਰ ਕੌਣ ਕਰਦਾ ਅਤੇ ਕਿਉਂ ਕਰਦਾ? ਦੇਖੋ ਜਿਹੜੀ ਦਿਮਾਗੀ ਵਾਲੀ ਗੱਲ ਕਹਿੰਦੀਆਂ ਉਹ ਮੈਂ ਤੁਹਾਨੂੰ ਪਹਿਲਾਂ ਵੀ ਐਕਸਪਲੇਨ ਕਰ ਚੁੱਕਾ ਹਾਂ ਕਿ ਉਹ ਕਈ ਵਾਰੀ ਕੀ ਹੁੰਦਾ ਹੈ ਕਿ ਤੁਸੀਂ ਕੋਈ ਬੱਚਾ ਘਰੇ ਜਾਣਾ ਚਾਹੁੰਦਾ ਹੈ, ਘਰੇ ਵੀ ਉਹ ਆਪਣੇ ਇਨ-ਲॉज ਦੇ ਜਾਣਾ ਚਾਹੁੰਦਾ, ਉਹਨੂੰ ਤੁਸੀਂ ਕੁਛ ਵੀ ਦਿਓਗੇ ਉਹਨੂੰ ਇਹ ਲੱਗਦਾ ਕਿ ਆਈ ਐਮ ਬੀਇੰਗ ਟੌਰਚਰਡ। ਸੋ ਜੇ ਕਿਸੇ ਬੱਚੇ ਨੇ ਉਹ ਕੰਪਲੇਂਟ ਰੱਖੀ ਹੈ, ਕਿਉਂਕਿ ਸਟਾਫ ਵੱਲੋਂ ਕੋਈ ਟੌਰਚਰ ਕਰਨ ਦੀ ਐਕਸਪਲਿਸਿਟਲੀ ਸਾਡੇ ਕੋਲੋਂ ਕੰਪਲੇਂਟ ਨਹੀਂ ਆਈ। ਰੀਜ਼ਨ ਬੀਇੰਗ ਸਟਾਫ ਸਾਡੇ ਕੋਲ ਇੱਥੇ 2 ਹਾਊਸ ਮਦਰਸ ਨੇ, ਜ਼ਿਆਦਾ ਕੋਈ ਸਟਾਫ ਇਹ ਨਹੀਂ ਹੁੰਦਾ ਕਿ ਬਹੁਤ ਜ਼ਿਆਦਾ ਭਰਿਆ ਹੁੰਦਾ ਸਟਾਫ। ਜਿਹੜੀ ਪੁਲਿਸ ਕਨਸਟੇਬਲਸ ਨੇ ਉਹਨਾਂ ਦੀ ਡਿਊਟੀ ਗਾਰਡਿੰਗ ਦੀ ਹੁੰਦੀ ਹੈ, ਤਾਂ ਜਿਹੜੀ ਇੰਟਰੈਕਸ਼ਨ ਹੁੰਦੀ ਹੈ ਉਹ ਹਾਊਸ ਮਦਰਸ ਦੀਆਂ ਹੁੰਦੀਆਂ ਨੇ। ਈਵਨ ਬਹੁਤ ਵਧੀਆ ਬੌਂਡਿੰਗ ਵੀ ਹੈ ਕੁਝ ਬੱਚਿਆਂ ਦੀ ਹਾਊਸ ਮਦਰ ਦੇ ਨਾਲ, ਜਿੱਦਾਂ ਇੱਕ ਵਾਰਡਨ ਦੀ ਬੌਂਡਿੰਗ ਹੁੰਦੀ ਹੈ। ਅਸੀਂ ਆਮ ਹੋਸਟਲਸ ਵਿੱਚ ਦੇਖਦੇ ਹਾਂ ਕਿ ਕੁਝ ਬੱਚਿਆਂ ਦੀ ਬੌਂਡਿੰਗ ਵਾਰਡਨ ਦੇ ਨਾਲ ਬਹੁਤ ਵਧੀਆ ਹੁੰਦੀ ਹੈ ਔਰ ਕਈ ਬੱਚਿਆਂ ਦੇ ਥੋੜ੍ਹੇ ਡਿਸਪਿਊਟਸ ਅਰਾਈਜ਼ ਹੋ ਜਾਂਦੇ ਆ ਕਿ ਮੈਨੂੰ ਵਾਰਡਨ ਪਸੰਦ ਨਹੀਂ ਹੈ। ਸੋ ਇੱਦਾਂ ਦੀਆਂ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ, ਬਟ ਸਟਿਲ ਅਸੀਂ ਕੋਈ ਵੀ ਜਿਹੜਾ ਕੋਈ ਐਲੀਗੇਸ਼ਨ ਲੱਗਦਾ ਉਹਨੂੰ ਬੜਾ ਸੀਰੀਅਸਲੀ ਲੈਂਦੇ ਹਾਂ। ਅਸੀਂ ਉਹਨੂੰ ਪਰਸਿਊ ਕਰਦੇ ਹਾਂ, ਉਹਦੀ ਪੂਰੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਇਹਦੇ ਵਿੱਚ ਜੇ 0.1% ਵੀ ਸੱਚਾਈ ਹੈ ਉਹਨੂੰ ਪ੍ਰੋਪਰਲੀ ਉਹ ਕੀਤਾ ਜਾਵੇ, ਵੈਰੀਫਾਈ। ਲੜਕੀਆਂ ਨੇ ਉਸ ਦਿਨ ਕੁਝ ਨਾਮ ਵੀ ਲਏ ਸੀ ਜਿਹੜੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ।
ਇਹਦੇ ਬਾਰੇ ਆਈ ਕੈਨੋਟ ਕਮੈਂਟ ਕਿ ਬਿਕੋਜ਼ ਆਈ ਡੋਂਟ ਨੋ ਕਿ ਜਿਹਦੇ ਬਾਰੇ ਨਾਮ ਲਏ ਆ। ਈਵਨ ਜੇ ਅਸੀਂ ਕੋਈ ਵੀਡੀਓ ਦੇ ਵਿੱਚ ਜਿਹਦੇ ਬਾਰੇ ਨਾਮ ਕੋਈ ਸੁਣਿਆ, ਅਸੀਂ ਪ੍ਰੋਪਰਲੀ ਉਸ ਨੂੰ ਜਿਹੜੇ ਬੱਚੇ ਕੋਲੋਂ ਸੁਣਿਆ, ਜੇ ਮੰਨ ਲਓ ਕੋਈ ਵੀਡੀਓ ਦੇ ਵਿੱਚ ਨਾਮ ਆਇਆ ਤਾਂ ਜੇ ਕਿਸੇ ਬੱਚੇ ਕੋਲੋਂ ਸੁਣਿਆ ਉਸ ਨੂੰ ਬਿਠਾ ਕੇ ਪ੍ਰੋਪਰਲੀ ਉਹਦੇ ਕੋਲੋਂ ਲੀਗਲੀ ਅਸੀਂ ਇਹ ਪਰਸਿਊ ਕਰਦੇ ਹਾਂ ਕਿ ਇਫ ਦੇਅਰ ਇਜ਼ ਐਨੀ ਫੈਕਟ, ਅਤੇ ਅਸੀਂ ਉਹਦੀ ਪੂਰੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਹਨੂੰ ਬੇਸਿਕਲੀ ਲਾਈਟਲੀ ਨਹੀਂ ਲੈ ਰਹੇ ਇਸ ਚੀਜ਼ ਨੂੰ, ਕਿਉਂਕਿ ਦੇਖੋ ਜੇ ਅਸੀਂ ਇਹ ਚੀਜ਼ ਸਮਝਦੇ ਹਾਂ ਕਿ ਮੰਨ ਲਓ ਫਰਸਟ੍ਰੇਸ਼ਨ ਡਿਵੈਲਪ ਹੋਈ ਹੈ, ਅਸੀਂ ਵੀ ਟੋਟਲੀ ਅਗਰੀ ਕਿ ਇਹੋ ਜਿਹੀ ਜੇ ਕੋਈ ਕੱਲ 0.1% ਵੀ ਹੋਏਗੀ ਤਾਂ ਉਹਨੂੰ ਕਿਸੇ ਵੀ ਬੰਦੇ ਨੂੰ ਉਹਦੇ ਜਿਹੜਾ ਵੀ ਉਹਦੇ ਵਾਸਤੇ ਰਿਸਪੋਂਸੀਬਲ ਹੋਏਗਾ ਉਹ ਹੀ ਵਿਲ ਹੈਵ ਟੂ ਆਨਸਰ ਅਬਾਊਟ ਇਟ। ਇਹ ਸੀ ਜੀ ਗੁਰਿੰਦਰ ਸਿੰਘ ਰੰਧਾਵਾ, ਜਿਨ੍ਹਾਂ ਨੇ ਦੱਸਿਆ ਕਿ ਬੱਚਿਆਂ ਨੂੰ ਜਿਹੜੇ ਅੰਦਰ ਹੈਗੇ ਆ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਜਾ ਰਿਹਾ ਔਰ ਜਲਦੀ ਤੋਂ ਜਲਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਆਪਣੇ ਘਰਾਂ ਨੂੰ ਚਲੇ ਜਾਣ। कैमरामैन गुलचंद दा, विनय शर्मा, दैनिक सवेरा टीवी, जलंधर। पंडित राधे शर्मा चमत्कार हुंदे वेखो अपनी अखां दे सामने 24 घंटे विच पाओ हर परेशानी दा हल। मुसलमानी, रूहानी ते काले इलम दे बादशाह मेरे कीते नु मेरे तो इलावा कोई कट नहीं सकदा। मोड़ी वशीकरण करवाओ, मनचाहा प्यार पाओ, लव मैरिज, सौतन दुश्मन तो छुटकारा, तलाक केस, जमीनी झगड़ा, नौकरी, कारोबार च रुकावट, विदेश यात्रा, लॉटरी तो धन मिलेगा जां नहीं, सच्चाई जानो। लॉटरी नंबर पाओ 649 होवे जां लोटो मैक्स, तुहाडी हर गल 100% गुप्त रखी जावेगी। प्यार विच धोखा खाए प्रेमी प्रेमिका एक बार जरूर मिलो, मैं तुहाडा प्यार टुटन नहीं देवांगा। मोबाइल 98 768 045 80 85 588 38 617।